ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮਹਿ ਦੀਨੋ। ਜਨਮ ਜਨਮ ਕੀ ਮੈਲ ਗਈ, ਨਿਵਰੇ ਦੂਤ ਦੁਸ਼ਟ ਬਹਿਰਾਈ। ਗੁਰ ਪੂਰੇ ਕਾ ਜਪਿਆ ਜਾਪ, ਕਹਾਂ ਕਰੈ ਕੋਈ ਬੇਚਾਰਾ। ਪ੍ਰਭ ਮੇਰੇ ਕਾ ਬੜ ਪ੍ਰਤਾਪ, ਸਿਮਰ 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 ਸੁਖ ਪਾਇਆ। ਚਰਨ ਕਮਲ ਰਖ ਮਨ ਮਾਹੀ, ਤਾਂ ਕੀ ਸ਼ਰਨ ਪਰਿਓ ਨਾਨਕ ਦਾਸ। ਜਾਂ ਤੇ ਉਪਰ ਕੋ ਨਾਹੀ। ਪਰਮ ਸਨਮਾਨਯੋਗ ਸਰਬੱਤ ਗੁਰੂ ਕੀ ਸਿੱਖ ਸੰਗਤ, ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣਦੇ ਹੋਏ, ਸਤਿਗੁਰੂ ਜੀ ਦੇ ਪਾਵਨ ਚਰਨਾਂ ਪਾਸ ਬਿਰਾਜੇ ਹੋਏ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਜੋ ਧੁਰ ਕੀ ਬਾਣੀ ਹੈ, ਉਹਦਾ ਆਨੰਦਮਈ ਕੀਰਤਨ ਆਪ ਸਭਨਾਂ ਨੇ ਸਰਵਣ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਾਂ ਜੋ ਇਹ ਪ੍ਰਕਰਣ ਸ਼ੁਰੂ ਕੀਤਾ ਹੋਇਆ ਹੈ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਜੀਵਨ ਦੇ ਸੰਬੰਧ ਨੂੰ ਮੁੱਖ ਰੱਖਦੇ ਹੋਏ, ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਜ਼ਿੰਦਗੀ ਨੂੰ ਹੰਢਾਉਂਦਿਆਂ ਹੋਇਆਂ ਅਜਿਹੇ ਕੌਤਕ ਕੀਤੇ ਜੋ ਉਹਦੇ ਸਿੱਖ ਦੇ ਵਾਸਤੇ ਪ੍ਰੇਰਣਾਦਾਇਕ ਹਨ। ਸੋ ਮਾਲਕ ਜੀ ਦੇ ਪਾਵਨ ਪਵਿੱਤਰ ਜੀਵਨ ਨੂੰ ਆਰੰਭ ਕਰਨ ਤੋਂ ਪਹਿਲੋਂ ਆਪਾਂ ਸਭੇ ਹੀ ਮੇਰੇ ਸ਼ਾਹੇ ਸ਼ਹਿਨਸ਼ਾਹ ਦਸ਼ਮੇਸ਼ ਪਿਤਾ ਅਨੰਦਪੁਰ ਦੇ ਵਾਲੀ, ਬਾਜਾਂ ਵਾਲੇ ਸੱਚੇ ਸਤਿਗੁਰੂ, ਗਿੱਦੜਾਂ ਤੋਂ ਸ਼ੇਰ ਬਣਾ ਕੇ ਸਾਨੂੰ ਸਾਜਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਸਿੱਖ ਕੌਮ ਨੂੰ ਅਰਪਿਤ ਕੀਤੀ ਹੋਈ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਆਪਾਂ ਇਹ ਸ਼ਬਦ ਸਰਵਣ ਕੀਤਾ ਹੈ, ਗੁਰ ਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮਹਿ ਦੀਨੋ। ਜਨਮ ਜਨਮ ਕੀ ਮੈਲ ਗਈ। ਇਹਦਾ ਜੋ ਰਹਾਓ ਦਾ ਬੰਦ ਹੈ, ਆਪਾਂ ਥੋੜ੍ਹਾ ਜਿਹਾ ਨਾਲ ਇਹਨੂੰ ਵੀ ਵਿਸਥਾਰ ਸਾਹਿਤ ਸਮਝਣਾ ਹੈ, ਤਾਂ ਕਿ ਜੋ ਪਤਾ ਲੱਗ ਸਕੇ ਕਿ ਜਦੋਂ ਅਸੀਂ ਪੂਰੇ ਅਤੇ ਸਮਰੱਥ ਗੁਰੂ ਦੀ ਸ਼ਰਨ ਵਿੱਚ ਜਾਂਦੇ ਹਾਂ, ਤਾਂ ਉਹ ਸਤਿਗੁਰੂ ਸੱਚੇ ਪਾਤਸ਼ਾਹ ਜਿੱਥੇ ਸਾਡੇ ਆਤਮਕ ਪਰਦੇ ਕੱਜਦਾ ਹੈ, ਸਾਨੂੰ ਵਿਸ਼ੇ ਵਿਕਾਰਾਂ ਤੋਂ ਦੂਰ ਲਿਜਾ ਕੇ ਇੱਕ ਚੰਗੇ ਰਸਤੇ ਦੀ ਸਮਝ ਦਿੰਦਾ ਹੈ। ਸਾਹਿਬ ਉਹ ਕੈਸਾ ਹੈ ਜਿਹੜਾ ਦੁਨਿਆਵੀ ਤੌਰ 'ਤੇ ਵੀ ਸਾਡੇ ਪਰਦੇ ਢੱਕਦਾ ਹੈ। ਤੁਹਾਨੂੰ ਦੁਨੀਆ ਦੇ ਵਿੱਚ ਅਨੇਕਾਂ ਇਹੋ ਜਿਹੇ ਗੁਰੂ ਮਿਲ ਜਾਣਗੇ, ਅਨੇਕਾਂ ਇਹੋ ਜਿਹੇ ਪੀਰ ਪੈਗੰਬਰ ਮਿਲ ਜਾਣਗੇ, ਅਨੇਕਾਂ ਇਹੋ ਜਿਹੇ ਆਪਣੇ ਆਪ ਨੂੰ ਕਹਾਉਣ ਵਾਲੇ ਮਿਲ ਜਾਣਗੇ ਕਿ ਜਿਹੜੇ ਇਹ ਸਮਝਦੇ ਹਨ
ਕਿ ਸ਼ਾਇਦ ਇਹ ਧਰਤੀ ਅਤੇ ਅਸਮਾਨ ਉਹਨਾਂ ਦੇ ਆਸਰੇ ਉੱਤੇ ਹੀ ਖੜਿਆ ਹੈ, ਪਰ ਇਹ ਇੱਕ ਉਹਨਾਂ ਦਾ ਵਹਿਮ ਹੁੰਦਾ ਆ ਕਿ ਸਾਡੇ ਕਾਰਨ ਕੁਝ ਚੱਲਦਾ ਪਿਆ ਹੈ। ਕੇਵਲ ਤੇ ਕੇਵਲ ਉਸ ਅਕਾਲ ਪੁਰਖ ਨੂੰ ਜਦੋਂ ਅਸੀਂ ਸਮਰਪਿਤ ਹੋ ਜਾਂਦੇ ਹਾਂ, ਜਦੋਂ ਆਪਣਾ ਮਨ ਅਤੇ ਤਨ ਦੋਨੋਂ ਹੀ ਉਸ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਵਿੱਚ ਰੱਖ ਦਿੰਦੇ ਹਾਂ, ਤੇ ਫਿਰ ਸਾਨੂੰ ਡਾਵਾਂ ਡੋਲ ਹੋਣ ਦੀ ਜ਼ਰੂਰਤ ਨਹੀਂ ਪੈਂਦੀ। ਫਿਰ ਕੇਵਲ ਤੇ ਕੇਵਲ ਸਾਨੂੰ ਇੱਕ ਭਰੋਸਾ ਰੱਖਣਾ ਪੈਂਦਾ ਹੈ, ਉਹ ਵੀ ਆਪਣੇ ਪੂਰੇ ਸਤਿਗੁਰੂ ਦੇ ਚਰਨਾਂ ਉੱਤੇ। ਫਿਰ ਮਾਲਕ ਬਖਸ਼ਿਸ਼ ਕਰਦੇ, ਗੁਰ ਪੂਰੇ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ। ਅੰਦਰੂਨੀ ਤੌਰ 'ਤੇ ਮੇਰੇ ਮਨ ਦੇ ਵਿੱਚ ਇੱਕ ਇਹੋ ਜਿਹਾ ਨਾਮ ਰੂਪੀ ਬਾਣੀ ਦਾ ਵਹਾਓ ਪੈਦਾ ਹੋਇਆ ਕਿ ਜਿਹਨੇ ਮੇਰੇ ਜਨਮਾਂ ਜਨਮੰਤਰਾਂ ਦੀ ਮੈਲ ਦੂਰ ਕਰ ਦਿੱਤੀ। ਅਤੇ ਸਤਿਗੁਰੂ ਆਰੰਭ 'ਚ ਜਿਹੜੇ ਬੋਲ ਹਨ ਮਾਲਕ ਜੀ ਦੇ, ਉਹ ਕਹਿੰਦੇ ਕਿ ਗੁਰ ਪੂਰੈ ਮੇਰੀ ਰਾਖ ਲਈ। ਇਸੇ ਕਰਕੇ ਮੈਂ ਆਪ ਜੀ ਨੂੰ ਪਹਿਲਾਂ ਵੀ ਕਈ ਵਾਰੀ ਬੇਨਤੀ ਕਰ ਚੁੱਕਾ ਹਾਂ ਕਿ ਦੁਨਿਆਵੀ ਤੌਰ 'ਤੇ ਜਿਹੜੇ ਆਪੇ ਬਣੇ ਗੁਰੂ, ਆਪੇ ਬਣੇ ਬਾਬੇ, ਆਪੇ ਬਣੇ ਜਿਹੜੇ ਸਾਧੂ ਮਹਾਤਮਾ ਹਨ, ਉਹਨਾਂ ਦਾ ਖਹਿੜਾ ਛੱਡ ਕੇ ਕੇਵਲ ਤੇ ਕੇਵਲ ਸੱਚੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੀ ਪਾਵਨ ਓਟ ਆਸਰਾ ਲੈ ਕੇ ਸੰਸਾਰ ਦੇ ਉੱਤੇ ਵਿਚਰੀਏ। ਸਾਨੂੰ ਅਗਰ ਸਿੱਧੇ ਰਸਤੇ ਕੋਈ ਪਾਵੇਗਾ, ਸਹੀ ਮਾਰਗਦਰਸ਼ਨ ਦੇਵੇਗਾ, ਤਾਂ ਉਹ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਅੰਦਰ ਪਾਵਨ ਬਾਣੀ ਗੁਰੂ ਸਾਹਿਬਾਨ ਦੀ ਵੀ ਦਰਜ ਹੈ, ਭਗਤ ਸਾਹਿਬਾਨ ਦੀ ਵੀ ਦਰਜ ਹੈ, ਭੱਟ ਸਾਹਿਬਾਨਾਂ ਦੀ ਬਾਣੀ ਵੀ ਦਰਜ ਹੈ, ਅਤੇ ਗੁਰੂ ਕੇ 3 ਗੁਰਸਿੱਖਾਂ ਦੀ ਬਾਣੀ ਉਹ ਵੀ ਦਰਜ ਹੈ। ਜੇ ਤੁਸੀਂ ਇਹ ਸਭੇ ਕੁਝ ਆਪਣੀਆਂ ਆਸਾਂ, ਆਪਣੀਆਂ ਮੁਰਾਦਾਂ, ਆਪਣਾ ਦੀਨ ਈਮਾਨ ਕੇਵਲ ਤੇ ਕੇਵਲ ਉਸ ਵਾਹਿਗੁਰੂ ਪ੍ਰਮਾਤਮਾ ਗੁਰੂ ਗ੍ਰੰਥ ਸਾਹਿਬ ਜੀ ਦੇ ਹਵਾਲੇ ਕਰ ਦਿਓਗੇ, ਤਾਂ ਚੇਤੇ ਰੱਖਿਓ ਕਿ ਕਦੇ ਦੁਨੀਆ ਦੇ ਵਿੱਚ ਧੋਖਾ ਨਹੀਂ ਖਾਵੋਗੇ। ਇੱਥੇ ਮੈਂ ਬੇਨਤੀ ਜ਼ਰੂਰ ਜਿਹੜੀ ਕਰਨੀ ਹੈ, ਕਿਉਂਕਿ ਪ੍ਰਕਰਨ ਜਿਹੜਾ ਹੈ, ਜਿਹੜਾ ਪ੍ਰਸੰਗ ਹੈ, ਉਹ ਸੱਚੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਚੱਲਦਾ ਪਿਆ ਹੈ। ਉਹਦੇ ਕਾਰਨ ਸਾਨੂੰ ਹਰ ਇੱਕ ਪੱਖ ਨੂੰ ਬਹੁਤ ਹੀ ਮਜ਼ਬੂਤੀ ਦੇ ਨਾਲ, ਵਧੀਆ ਤਰੀਕੇ ਦੇ ਨਾਲ ਦੇਖਣਾ ਪਵੇਗਾ। ਜਦੋਂ ਭਾਈ ਮੱਖਣ ਸ਼ਾਹ ਜੀ ਨੇ ਗੁਰੂ ਸਾਹਿਬ ਜੀ ਦੇ ਪਾਵਨ ਦਰਸ਼ਨ ਕੀਤੇ, ਅਤੇ ਉਹਦੇ ਬਾਅਦ ਪਹਿਲਾਂ ਵੀ ਉਹਨਾਂ ਨੇ ਜਿਹੜੇ ਦਰਸ਼ਨ ਕੀਤੇ ਹੋਏ ਸਨ ਨਾ, ਸਾਰਿਆਂ ਦੇ ਜਿੰਨੇ ਉੱਥੇ ਬੈਠੇ ਹੋਏ ਸਨ, ਤਕਰੀਬਨ ਇਤਿਹਾਸਕਾਰ ਲਿਖਦੇ ਹਨ ਕਿ 22 ਮੰਜੀਆਂ ਡੱਠ ਚੁੱਕੀਆਂ ਸਨ, ਅਤੇ ਹਰੇਕ ਜਾਣਾ ਇਹ ਦੱਸਦਾ ਸੀ ਕਿ ਸਾਡਾ ਗੁਰੂ ਪੂਰਾ ਹੈ, ਸਾਡਾ ਗੁਰੂ ਸੱਚਾ ਹੈ, ਤੁਸੀਂ ਇੱਧਰ ਆਓ ਜੀ, ਇਹਨਾਂ ਨੂੰ ਮੱਥਾ ਟੇਕੋ, ਇਹ ਤੁਹਾਨੂੰ ਸੁੱਖ ਦੇਣਗੇ, ਤੁਹਾਨੂੰ ਸ਼ਾਂਤੀ ਦੇਣਗੇ। ਪਰ ਜਦੋਂ ਜਿਹੜਾ ਇੱਕ ਸੱਚਾ ਸਿੱਖ ਹੈ ਨਾ, ਜਿੱਦਾਂ ਜੌਹਰੀ ਹੈ, ਉਹਨੂੰ ਪਹਿਚਾਣ ਆ ਹੀਰੇ ਦੀ, ਉਹ ਕੱਚ ਨੂੰ ਹੱਥ ਨਹੀਂ ਪਾਵੇਗਾ, ਉਹ ਕੱਚ ਨੂੰ ਹੱਥ ਥੋੜ੍ਹਾ ਪਾਵੇਗਾ। ਉਹਦੇ ਵਾਸਤੇ ਕੱਚ ਤਾਂ ਇੱਕ ਕੂੜੇ ਦੇ ਬਰਾਬਰ ਹੈ, ਕਰਕਟ ਦੇ ਬਰਾਬਰ ਹੈ। ਉਹ ਕਹੇਗਾ ਪਰਾਂ ਕਰ ਲਓ, ਇਹਨੂੰ ਲੈ ਜਾਓ ਸਾਈਡ 'ਤੇ। ਉਹਦੇ ਵਾਸਤੇ ਸਭ ਤੋਂ ਕੀਮਤੀ ਹੈ ਹੀਰਾ, ਅਤੇ ਹੀਰੇ ਦੀ ਪਹਿਚਾਣ ਕੇਵਲ ਤੇ ਕੇਵਲ ਜੌਹਰੀ ਕਰ ਸਕਦਾ ਹੈ, ਬਾਕੀ ਇੱਧਰ ਉੱਧਰ ਵਾਲੇ ਨਹੀਂ ਕਰ ਸਕਦੇ। ਇਸੇ ਤਰ੍ਹਾਂ ਹੀ ਜਿਹੜਾ ਸੱਚਾ ਸਿੱਖ ਹੈ, ਜਿਹੜਾ ਮਨ ਕਰਕੇ ਗੁਰੂ ਦੇ ਨਾਲ ਜੁੜਿਆ ਹੈ, ਸਰੀਰ ਕਰਕੇ ਨਹੀਂ। ਸਰੀਰ ਕਰਕੇ ਤਾਂ ਆਪਾਂ ਰੋਜ਼ ਆਉਂਦੇ ਹਾਂ ਗੁਰਦੁਆਰਾ ਸਾਹਿਬ, ਸਰੀਰ ਕਰਕੇ ਤਾਂ ਰੋਜ਼ ਆਪਾਂ ਸ਼ਬਦ ਸੁਣਦੇ ਹਾਂ, ਸਰੀਰ ਕਰਕੇ ਤਾਂ ਰੋਜ਼ਾਨਾ ਅਸੀਂ ਪਾਠ ਵੀ ਕਰਦੇ ਹਾਂ, ਪਰ ਮਨ ਕਰਕੇ ਜਿੰਨਾ ਚਿਰ ਅਸੀਂ ਗੁਰੂ ਦੇ ਨਾਲ ਨਹੀਂ ਨਾ ਬੈਠਦੇ, ਮਨ ਕਰਕੇ ਜਿੰਨਾ ਚਿਰ ਅਸੀਂ ਗੁਰੂ ਨੂੰ ਭੇਟ ਨਹੀਂ ਹੋ ਜਾਂਦੇ, ਤਾਂ ਚੇਤੇ ਰੱਖਿਓ ਸਾਨੂੰ ਪਹਿਚਾਣ ਕਰਨੀ ਬਹੁਤ ਮੁਸ਼ਕਿਲ ਹੋ ਜਾਵੇਗੀ। ਸਾਨੂੰ ਪਹਿਚਾਨਣਾ ਬੜਾ ਮੁਸ਼ਕਿਲ ਹੋ ਜਾਵੇਗਾ ਕਿ ਸੱਚਾ ਗੁਰੂ ਕੌਣ ਹੈ, ਝੂਠਾ ਕੌਣ ਹੈ। ਜੇ ਕਿਤੇ ਅਸੀਂ ਸੱਚੇ ਗੁਰੂ ਦੀ ਪਹਿਚਾਣ ਕਰ ਲਈਏ, ਤਾਂ ਯਾਦ ਰੱਖਿਓ ਜਿਹੜਾ ਅਸੀਂ ਇੱਧਰ ਉੱਧਰ ਭਟਕਦੇ ਫਿਰਦੇ ਹਾਂ, ਉਹ ਸਭ ਕੁਝ ਖਤਮ ਹੋ ਜਾਵੇਗਾ। ਭਟਕਣਾ ਸਾਡੀ ਇੱਕਦਮ ਖਤਮ ਹੋ ਜਾਏਗੀ। ਸਤਿਗੁਰੂ ਤਾਂ ਕਹਿੰਦੇ ਹਨ ਆਪਣੀ ਪਾਵਨ ਬਾਣੀ 'ਚ, ਕਾਹੇ ਰੇਬਨ ਖੋਜਨ ਜਾਏ ਸਰਬ ਨਿਵਾਸੀ ਸਦਾ ਅਲੇਪਾ। ਤੂੰ ਕਿਹੜੀ ਗੱਲ ਤੋਂ ਇੱਧਰ ਉੱਧਰ ਭਟਕਦਾ ਫਿਰਦਾ, ਪਰਮਾਤਮਾ ਤਾਂ ਸਦਾ ਤੇਰੇ ਅੰਗ ਸੰਗ ਹੈ। ਚੇਤੇ ਰੱਖ ਇਹ ਗੱਲ ਕਿ ਵਾਹਿਗੁਰੂ ਤੇਰੇ ਤੋਂ ਬਾਹਰ ਨਹੀਂ ਹੈ, ਤੂੰ ਮਾਲਕ ਨੂੰ ਪਹਿਚਾਣ। ਅਤੇ ਭਾਈ ਮੱਖਣ ਸ਼ਾਹ ਜੀ ਜਦੋਂ ਉੱਥੇ ਪਹੁੰਚਦੇ ਹਨ ਬਾਬਾ ਬਕਾਲਾ ਵਿਖੇ, ਅਤੇ ਉਹ ਦੇਖਦੇ ਹਨ ਕਿ ਬੜੇ ਇੱਥੇ ਗੁਰੂ ਬਣ ਕੇ ਬੈਠੇ ਹੋਏ ਹਨ। ਮਨ 'ਚ ਵਿਚਾਰ ਕੀਤੀ ਸੱਚੇ ਸਿੱਖ ਨੇ, ਸੋਚਿਆ ਕਿ ਜੇ ਮੈਂ ਇੱਥੇ ਕਹਾਂਗਾ ਕਿ ਮੈਨੂੰ ਸੱਚਾ ਗੁਰੂ ਕਿਹੜਾ ਹੈ, ਉਹਦੇ ਨਾਲ ਮਿਲਣਾ ਹੈ, ਤਾਂ ਸਾਰੇ ਹੀ ਕਹਿਣਗੇ ਕਿ ਇਹ ਸਾਡਾ ਗੁਰੂ ਸੱਚਾ ਹੈ, ਬਾਕੀ ਝੂਠੇ ਹਨ। ਕਿਸੇ ਦੀ ਆਵਾਜ਼ ਨਹੀਂ ਨਿਕਲੇਗੀ ਕਿ ਨਹੀਂ ਜੀ
ਮੇਰਾ ਗੁਰੂ ਝੂਠਾ ਆ, ਸਾਡੀ ਮੰਜੀ ਝੂਠੀ ਹੈ, ਬਾਕੀ ਸੱਚੀਆਂ ਹਨ, ਇਹ ਗੱਲ ਕਿਸੇ ਨੇ ਨਹੀਂ ਕਹਿਣੀ। ਕੁਝ ਇਤਿਹਾਸਕਾਰ ਇਹ ਗੱਲ ਲਿਖਦੇ ਹਨ ਕਿ 5 ਮੋਹਰਾਂ, ਕੁਝ 2 ਮੋਹਰਾਂ ਲਿਖਦੇ ਹਨ। ਤੇ ਭਾਈ ਮੱਖਣ ਸ਼ਾਹ ਜੀ ਨੇ ਜਦੋਂ ਉੱਥੇ 2-2 ਮੋਹਰਾਂ ਰੱਖਣੀਆਂ ਸ਼ੁਰੂ ਕੀਤੀਆਂ, ਤੇ ਕੋਈ ਉਹਨਾਂ ਨੂੰ ਆਸ਼ੀਰਵਾਦ ਦੇਣ ਦਿਆ, ਕੋਈ ਸਰੋਪਾ ਦੇਣ ਦਿਆ ਹੈ, ਤੇ ਕੋਈ ਉਹਨਾਂ ਨੂੰ ਉਹਨਾਂ ਦੇ ਕੰਮਾਂ ਕਾਰਾਂ ਵਾਸਤੇ ਕਹਿੰਦਾ ਕਿ ਅਰਦਾਸ ਕਰ ਦਿੰਦੇ ਹਾਂ, ਚੜ੍ਹਦੀ ਕਲਾ 'ਚ ਰਹੇਗਾ। ਤੇ ਮਨ ਨੂੰ ਟਿਕਾਓ ਜਿਹਾ ਨਹੀਂ ਸੀ ਹੋਣ ਦਿਆ, ਕਿਉਂਕਿ ਤਸੱਲੀ ਭਰਪੂਰ ਜਵਾਬ ਨਹੀਂ ਸੀ ਮਿਲਣ ਦਿਆ, ਤਸੱਲੀ ਨਹੀਂ ਸੀ ਹੋਣ ਦਈ ਅੰਦਰੋਂ, ਕਿਉਂਕਿ ਮਨ ਦੇ ਖਿਆਲ ਹੋਰ ਸਨ, ਬਾਹਰੋਂ ਕੁਝ ਹੋਰ ਜਵਾਬ ਮਿਲਦਾ ਪਿਆ ਸੀ। ਜਦੋਂ ਸਾਰਿਆਂ ਨੂੰ ਭੁਗਤ ਲਿਆ ਨਾ, ਤੇ ਪੁੱਛਣਾ ਕੀਤਾ, ਇੱਥੇ ਕੋਈ ਹੋਰ ਵੀ ਹੈ? ਕੋਈ ਹੋਰ ਵੀ ਹੈਗਾ ਇੱਥੇ ਜਿਹੜਾ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਲੀਨ ਹੋਵੇ? ਅਸੀਂ ਉਹਨੂੰ ਵੀ ਮਿਲ ਜਾਈਏ, ਕੋਈ ਰਹਿ ਨਾ ਜਾਵੇ। ਮੇਰੀ ਇਹ ਭੇਟਾ ਸੀ, ਮੇਰੀਆਂ ਇਹ ਜਿਹੜੀਆਂ ਭੇਟਾਵਾਂ ਹਨ, ਮੈਂ ਸਾਰੀਆਂ ਭੇਟ ਕਰਕੇ ਜਾਣੀਆਂ। ਕਹਿਣ ਲੱਗੇ ਹੋਰ ਤੇ ਕੋਈ ਨਹੀਂ ਜੀ, ਉਹ ਸਾਹਮਣੇ ਇੱਕ ਤੇਗਾ ਕਰਕੇ ਬੈਠਾ ਹੋਇਆ ਹੈ, ਜਿਹੜਾ ਕਿ ਨਾ ਕਿਸੇ ਨੂੰ ਮਿਲਦਾ ਹੈ, ਨਾ ਕਿਸੇ ਨਾਲ ਬੋਲਦਾ ਹੈ। ਉਹਨੂੰ ਜੇ ਜਾ ਕੇ ਮਿਲਣਾ ਆ ਤਾਂ ਮਿਲ ਲਵੋ, ਪਰ ਮਿਲਣਾ ਉੱਥੋਂ ਕੁਛ ਨਹੀਂ ਗਾ, ਤੁਹਾਨੂੰ ਆਪਣਾ ਸਮਾਂ ਹੀ ਬਰਬਾਦ ਕਰੋਗੇ। ਤੇ ਜਦੋਂ ਸਤਿਗੁਰਾਂ ਦੇ ਕੋਲ ਪਹੁੰਚੇ ਨਾ, ਦਰਸ਼ਨ ਦਿਦਾਰੇ ਕੀਤੇ, ਮਨ 'ਚ ਇਹ ਗੱਲ ਸੀ ਕਿ ਕੋਈ ਸੱਚਾ ਜਿਹੜਾ ਹੋਵੇਗਾ ਨਾ, ਉਹ ਸਾਹਮਣੇ ਆ ਜਾਵੇਗਾ। ਸਤਿਗੁਰੂ ਆਪਣੇ ਅਸਥਾਨ 'ਤੇ ਬੈਠੇ ਸਨ, ਤੇ ਜਦੋਂ ਅਸਥਾਨ 'ਤੇ ਬੈਠੇ ਸਾਹਮਣੇ ਸੇਵਾ ਰੱਖੀ, ਭੇਟਾ ਰੱਖੀ ਜਦੋਂ ਸਾਹਮਣੇ, ਤਾਂ ਸਤਿਗੁਰਾਂ ਨੇ ਪਹਿਚਾਣ ਲਿਆ। ਕਹਿਣ ਲੱਗੇ ਕਿ ਗੁਰੂ ਦੇ ਸਿੱਖਾ, ਪਰਮਾਤਮਾ ਤੇਰਾ ਭਲਾ ਕਰੇ, ਤੈਨੂੰ ਅੰਦਰੂਨੀ ਤੌਰ 'ਤੇ ਵਾਹਿਗੁਰੂ ਤੇਰੀ ਸਹਾਇਤਾ ਕਰੇ। ਜਦੋਂ ਦਰਸ਼ਨ ਕੀਤੇ ਤੇ ਜਦੋਂ ਬੋਲ ਸੁਣੇ ਨਾ, ਸਮਝ ਗਏ ਕਿ ਇਹੋ ਹੀ ਹਨ। ਕਹਿਣ ਲੱਗੇ ਕਿ ਜੇ ਸਾਡੇ ਕੋਲ ਹੁਣ ਆ ਗਿਆ ਹੈ ਤਾਂ ਇੱਕ ਗੱਲ ਚੇਤੇ ਰੱਖੀ, ਹੁਣ ਚੁੱਪ ਕਰਕੇ ਬੈਠਾ ਰਵੀਂ। ਕਹਿਣ ਲੱਗਾ ਗੁਰੂ ਜੀ ਮਹਾਰਾਜ, ਮੈਂ ਕਿੱਦਾਂ ਚੁੱਪ ਕਰਕੇ ਬਹਿ ਸਕਦਾ? ਬਾਹਰ ਤੇ ਸਾਰਾ ਕੁਝ ਝੂਠ ਵਾਪਰਨ ਦਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ, ਬਾਹਰ ਤੇ ਸਾਰਾ ਕੁਝ ਝੂਠ ਵਾਪਰਨ ਦਿਆ, ਮੈਂ ਨਹੀਂ ਚੁੱਪ ਕਰਕੇ ਬਹਿ ਸਕਦਾ। ਨਹੀਂ, ਇੱਦਾਂ ਨਾ ਕਹੋ ਕਿ ਮੈਂ ਬਾਹਰ ਚੁੱਪ ਕਰਕੇ ਬੈਠ ਜਾਵਾਂਗਾ। ਨਹੀਂ ਨਹੀਂ ਸੱਚੇ ਪਾਤਸ਼ਾਹ ਜੀ, ਮੈਂ ਨਹੀਂ ਚੁੱਪ ਕਰਨਾ, ਤੁਸੀਂ ਮਿਹਰ ਰੱਖੋ ਮੇਰੇ ਉੱਤੇ। ਮੈਂ ਤਾਂ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਹਮਣੇ ਹੀ ਤੁਹਾਨੂੰ ਲੈ ਕੇ ਆਉਣਾ ਤੁਹਾਡਾ। ਤੁਸੀਂ ਬਾਹਰ ਆਓਗੇ ਤੇ ਭਲਾ ਸਾਰੇ ਸੰਸਾਰ ਦਾ ਹੋਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਇਉਂ ਕਰਕੇ ਭਾਈ ਮੱਖਣ ਸ਼ਾਹ ਜੀ ਨੇ ਸਤਿਗੁਰਾਂ ਦੇ ਬਾਰੇ ਵਿੱਚ ਜਿਹੜੇ ਪਖੰਡੀ ਸਨ, ਜਿਹੜੇ ਦੰਭੀ ਸਨ, ਉਹਨਾਂ ਦਾ ਵੀ ਪਾਜ ਉਘੇੜਿਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਸੰਸਾਰ ਦੇ ਵਿੱਚ ਬਿਲਕੁਲ ਵਿਚਰ ਰਹੇ ਸਨ, ਪਹਿਲਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਸਾਰ ਦੇ ਵਿੱਚ ਹੀ ਸਨ, ਕਿਤੇ ਬਾਹਰ ਨਹੀਂ ਸਨ ਗਏ, ਕਿਤੇ ਦੂਰ ਥੋੜ੍ਹਾ ਗਏ ਸਨ ਸੰਸਾਰ ਤੋਂ। ਪਰ ਇੱਕ ਬਿਲਕੁਲ ਸਾਹਮਣੇ ਆ ਕੇ ਸਤਿਗੁਰੂ ਜੀ ਨੇ ਪ੍ਰਚਾਰ ਜਦੋਂ ਆਰੰਭਿਆ ਨਾ, ਤੇ ਫਿਰ ਉੱਥੇ ਇਹ ਇੱਕ ਗੱਲ ਮੈਂ ਬੇਨਤੀ ਕਰ ਦੇਵਾਂ, ਜਿਹੜੇ ਝੂਠ ਦੀਆਂ ਦੁਕਾਨਾਂ ਹੁੰਦੀਆਂ ਹਨ, ਜਦੋਂ ਸੱਚਾ ਸੌਦਾ ਜਾਂ ਕੋਈ ਖਰੀ ਚੀਜ਼ ਸਾਹਮਣੇ ਮਿਲਦੀ ਹੋਵੇ, ਤੇ ਝੂਠ ਅਤੇ ਸੱਚ ਇਹ ਦੋਨੋਂ ਕਦੇ ਨਹੀਂ ਟਿਕ ਪਾਉਂਦੇ। ਜਦੋਂ ਵੇਖਿਆ ਨਾ ਕਿ ਗੁਰੂ ਸੱਚੇ ਪਾਤਸ਼ਾਹ ਜੀ ਸਾਹਮਣੇ ਹਾਜ਼ਰ ਨਾਜ਼ਰ ਹੋ ਗਏ ਹਨ, ਤੇ ਉੱਥੇ ਲਾਗੇ ਫਿਰ ਧੀਰਮਲ ਹੋਣਾ ਦਾ ਡੇਰਾ ਸੀ। ਇੱਧਰ ਭਾਈ ਮੱਖਣ ਸ਼ਾਹ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਕਿ ਮੈਂ ਜੋ ਮਨ ਦੇ ਵਿੱਚ ਫੁਰਨਾ ਲੈ ਕੇ ਆਇਆ ਸੀ, ਮੇਰਾ ਸੱਚਾ ਗੁਰੂ ਸਾਹਮਣੇ ਆ ਜਾਵੇ, ਤੇ ਉਹ ਮੈਨੂੰ ਪ੍ਰਾਪਤ ਹੋ ਗਏ ਹਨ। ਤੇ ਦੂਸਰੇ ਪਾਸੇ ਜਦੋਂ ਧੀਰਮਲ ਨੂੰ ਪਤਾ ਲੱਗਿਆ ਨਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਵਿੱਚ ਮੱਖਣ ਸ਼ਾਹ ਨੂੰ ਪਤਾ ਲੱਗ ਗਿਆ ਹੈ, ਤੇ ਜਦੋਂ ਮੱਖਣ ਸ਼ਾਹ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਨਾ, ਤੇ ਸਾਰਿਆਂ ਨੂੰ ਜਿਹੜੇ ਲਾਗੇ ਲਾਗੇ ਬੈਠੇ ਹੋਏ ਸਨ, ਧੀਰਮਲ ਵਰਗੇ ਜਾਂ ਹੋਰ ਅਨੇਕਾਂ ਮਸੰਦ ਜਿਹੜੇ ਸਨ, ਸਭਨਾਂ ਨੂੰ ਦੁੱਖ ਤਾਂ ਬਹੁਤ ਹੋਇਆ। ਇੱਕ ਧੀਰਮਲ ਦਾ ਉੱਥੇ ਮਸੰਦ ਸੀ ਜਿਹਦਾ ਨਾਮ ਸੀ ਸ਼ੀਆ। ਤੇ ਜਦੋਂ ਸ਼ੀਆ ਮਸੰਦ ਨੇ ਧੀਰਮਲ ਨੂੰ ਕਹਿਣਾ ਸ਼ੁਰੂ ਕੀਤਾ ਕਿ ਧੀਰਮੱਲਾ, ਬਾਜੀ ਚਲੇ ਚੱਲੀ ਉਹ ਹੱਥੋਂ, ਜੇ ਕੁਝ ਹੁੰਦਾ ਹੀ ਤਾਂ ਕਰ ਲਾ, ਫੇਰ ਨਾ ਕਹਿ ਦੀ ਕਿ ਸਾਰਾ ਕੁਝ ਨਿਕਲ ਗਿਆ ਇਹ ਹੱਥੋਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਬਾਬਾ ਬਕਾਲਾ ਵਿਖੇ ਰਹਿ ਰਹੇ ਸਨ, ਤਾਂ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਾਮ ਦੇ ਸਮੇਂ ਨਾਲ ਟਹਿਲਣ ਵਾਸਤੇ ਨਿਕਲਦੇ ਹੁੰਦੇ ਸੀ। ਤੇ ਧੀਰਮਲ ਕਹਿਣ ਲੱਗਿਆ ਸ਼ਾਮ ਦੇ ਸਮੇਂ ਦੇਖਾਂਗੇ ਕੀ ਕਰਨਾ ਇਹਨਾਂ ਦਾ, ਕਿਉਂਕਿ ਜੇ ਇਹ ਸਾਹਮਣੇ ਪ੍ਰਗਟ ਹੋ ਗਏ ਤਾਂ ਸਾਡਾ ਤਾਂ ਹਲਵਾ ਮੰਡਾ ਬੰਦ ਹੋ ਜਾਵੇਗਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਆਪਣੀਆਂ ਸੰਗਤਾਂ ਦੇ ਨਾਲ ਜਦੋਂ ਸ਼ਾਮ ਵੇਲੇ ਸੈਰ ਕਰਨ ਵਾਸਤੇ ਨਿਕਲੇ ਨਾ, ਤੇ ਇਸ ਮਸੰਦ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਗੋਲੀ ਚਲਵਾ ਦਿੱਤੀ। ਤੇ ਜਿਹੜੀ ਗੋਲੀ ਸੀ
ਉਹ ਸਤਿਗੁਰਾਂ ਨੂੰ ਖਹਿੰਦੀ ਹੋਈ ਬਿਲਕੁਲ ਨਾਲ ਜੇ ਲੱਗਦੀ ਹੋਈ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲੱਗੀ ਤਾਂ ਨਹੀਂ, ਪਰ ਇਉਂ ਕਹਿ ਲਓ ਕਿ ਨਾਲ ਖਹਿੰਦੀ ਹੋਈ ਦੂਰੋਂ ਹੋ ਕੇ ਚਲੇਗੀ। ਭਾਵ ਕਿ ਉਹ ਸੋਚਦਾ ਸੀ ਕਿ ਜੇ ਸਤਿਗੁਰੂ ਜੀ ਦੀ ਇਸ ਦੁਨੀਆ ਤੋਂ ਚਲੇ ਜਾਣਗੇ ਅਤੇ ਇਸ ਗੱਦੀ ਦਾ ਫਿਰ ਬਾਅਦ ਵਿੱਚ ਕੋਈ ਦਾਅਵੇਦਾਰ ਨਹੀਂ ਰਹੇਗਾ। ਛੀਏ ਮਸੰਦ ਦੇ ਨਾਲ ਸਤਿਗੁਰੂ ਸੱਚੇ ਜਿਹੜਾ ਧੀਰਮਲ ਸੀ ਉਹਨੇ ਗੰਢ ਧੁੱਪ ਕੀਤੀ ਅਤੇ ਸਤਿਗੁਰਾਂ ਉੱਤੇ ਗੋਲੀ ਚਲਵਾਈ। ਪਰ ਮਾਲਕ ਜੀ ਘੋੜੀ ਦੇ ਉੱਤੇ ਬੈਠੇ ਹੋਏ ਸਨ ਅਤੇ ਉਹ ਘੋੜੀ ਤਰਬਕੀ ਅਤੇ ਸਤਿਗੁਰੂ ਜੀ ਦਾ ਬਚਾਅ ਹੋ ਗਿਆ ਅਤੇ ਨਿਸ਼ਾਨਾ ਜਿਹੜਾ ਸੀ ਉਹ ਖਾਲੀ ਚਲੇ ਗਿਆ। ਮਾਲਕ ਜੀ ਨੇ ਦੂਰੋਂ ਵੇਖਿਆ ਕਿ ਗੋਲੀ ਕੌਣ ਚਲਵਾ ਰਿਹਾ ਹੈ। ਸਤਿਗੁਰਾਂ ਨੇ ਵੇਖਿਆ ਕਿ ਧੀਰਮਲ ਹੈ। ਗੁਰੂ ਸਾਹਿਬ ਰੋਕ ਕੇ ਕਹਿਣ ਲੱਗੇ, ਧੀਰਮਲ ਵਾਹਿਗੁਰੂ ਤੇਰਾ ਭਲਾ ਕਰੇ। ਵਾਹਿਗੁਰੂ ਤੇਰੇ ਅੰਦਰ ਦੀ, ਦੂਸਰਾ ਬਚਨ ਕੀਤਾ ਕਿ ਤੇਰੇ ਅੰਦਰ ਦੀ ਅੱਗ ਬੁਝਾ ਦੇਵੇ, ਮਾਲਕ ਤੈਨੂੰ ਸ਼ਾਂਤੀ ਦੇ ਦੇਵੇ। ਪਰ ਕਿੱਥੇ ਧੀਰਮਲ ਦੇ ਅੰਦਰ ਸ਼ਾਂਤੀ ਸੀ। ਧੀਰਮਲ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵੈਰੀ ਬਣ ਚੁੱਕਿਆ ਸੀਗਾ ਕਿ ਮੈਂ ਇਸ ਗੁਰਗੱਦੀ ਦਾ ਵਾਰਸ ਹਾਂ, ਗੁਰਗੱਦੀ ਮੇਰੇ ਹੱਥ ਵਿੱਚ ਆਵੇ, ਮੈਂ ਮਾਲਕ ਬਣਨਾ ਹੈ ਇੱਥੋਂ ਦਾ। ਪਰ ਇੱਕ ਗੱਲ ਸੁਣਿਓ ਜ਼ਰੂਰ, ਗੁਰੂ ਨਾਨਕ ਦੀ ਜਿਹੜੀ ਗੁਰਗੱਦੀ ਹੈ ਨਾ, ਇਹ ਰਾਜੇ ਮਹਾਰਾਜਿਆਂ ਵਾਂਗੂ ਕੋਈ ਇਹਦਾ ਦਾਅਵੇਦਾਰ ਨਹੀਂ ਬਣ ਸਕਦਾ। ਕੇਵਲ ਅਤੇ ਕੇਵਲ ਉਹ ਹੀ ਇਹਦਾ ਦਾਅਵੇਦਾਰ ਹੋਵੇਗਾ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਕਮਾ ਲਵੇਗਾ। ਜਿਹੜਾ ਬਚਨਾਂ ਨੂੰ ਨਹੀਂ ਕਮਾਏਗਾ ਉਹ ਫਿਰ ਕਦੇ ਦਾਅਵੇਦਾਰ ਨਹੀਂ ਹੋ ਸਕਦਾ। ਅਤੇ ਧੀਰਮਲ ਪਰ ਵਾਹਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਧੀਰਮਲ ਪਰਮਾਤਮਾ ਤੈਨੂੰ ਸ਼ਾਂਤੀ ਦੇਵੇ, ਤੂੰ ਈਰਖਾ ਦੀ ਅਗਨੀ ਤੋਂ ਬਾਹਰ ਆ ਜਾਵੇਂ। ਜਦੋਂ ਹਜ਼ੂਰ ਘਰੇ ਗਏ ਨਾ ਅਤੇ ਮਾਤਾ ਨਾਨਕੀ ਜੀ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੇਰੇ ਪੁੱਤਰ ਉੱਤੇ ਵਾਰ ਕੀਤਾ ਹੈ, ਅਤੇ ਮਾਤਾ ਨਾਨਕੀ ਜੀ ਨੇ ਸੁਣਿਆ ਨਾ, ਅਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਛੱਤ 'ਤੇ ਆ ਗਏ। ਉਸ ਸਮੇਂ ਧੀਰਮਲ ਦੇ ਕਹਿਣ 'ਤੇ ਸੀਏ ਨੇ ਫਿਰ ਦੁਬਾਰੇ ਗੋਲੀ ਚਲਾ ਦਿੱਤੀ, ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮੱਥੇ ਨੂੰ ਸਪਰਸ਼ ਕਰਦੀ ਹੋਈ ਨਾ, ਥੋੜ੍ਹਾ ਜਿਹਾ ਸਪਰਸ਼ ਕੀਤਾ ਮੱਥੇ ਨੂੰ ਅਤੇ ਕੋਲੋਂ ਦੀ ਨਿਕਲ ਗਈ। ਪਰ ਅੱਗੇ ਮਾਤਾ ਨਾਨਕੀ ਜੀ ਨੇ ਆਪਣਾ ਸੀਨਾ ਤਾਣ ਕੇ ਖਲੋ ਕੇ ਕਹਿਣ ਲੱਗੇ, ਵੇ ਧੀਰਮਲ ਤੈਨੂੰ ਅਕਲ ਨਹੀਂ ਆਈ? ਧੀਰਮੱਲਾ ਕਿਉਂ ਤੂੰ ਗਰਕਣ 'ਤੇ ਆ ਗਿਆ? ਤੈਨੂੰ ਅਕਲ ਨਹੀਂ ਆਈ? ਤੈਨੂੰ ਭੋਰਾ ਸ਼ਰਮ ਨਹੀਂ ਹੈਗੀ? ਘੱਟੋ ਘੱਟ ਇਹੀ ਵੇਖ ਲਾ ਕਿ ਤੇਰੇ ਤੋਂ ਵੱਡੀ ਥਾਂ 'ਤੇ ਨੇ। ਜੇ ਤੂੰ ਗੁਰਿਆਈ ਕਰਕੇ ਨਹੀਂ ਇਹਨਾਂ ਦਾ ਕੋਈ ਅਦਬ ਕਰਦਾ ਅਤੇ ਸੰਸਾਰਕ ਰਿਸ਼ਤਿਆਂ ਦਾ ਤਾਂ ਨਾ ਘਾਣ ਕਰ। ਜਿਹੜੇ ਸੰਸਾਰਕ ਰਿਸ਼ਤੇ ਨੇ ਉਹਨਾਂ ਦਾ ਤਾਂ ਘਾਣ ਨਾ ਕਰ। ਤੂੰ ਤੇ ਧੀਰਮਲ ਇੰਨਾ ਲਾਲਚੀ ਹੋ ਗਿਆ ਕਿ ਸੰਸਾਰਕ ਰਿਸ਼ਤਿਆਂ 'ਤੇ ਵੀ ਘਾਣ ਕਰਨ ਉੱਤੇ ਤੁਲ ਗਿਆ ਹੈ। ਘੱਟੋ ਘੱਟ ਇਸੇ ਗੱਲ ਨੂੰ ਹੀ ਤੂੰ ਅੱਗੇ ਲੈ ਕੇ ਚੱਲ ਕੇ ਰਿਸ਼ਤੇਦਾਰੀ ਦੇ ਵਿੱਚੋਂ ਹੀ ਤੂੰ ਵੇਖ ਲਾ। ਧੀਰਮਲ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤੇਰੇ ਚਾਚਾ ਜੀ ਲੱਗਦੇ ਹਨ, ਕਿਉਂਕਿ ਬਾਬਾ ਗੁਰਦਿੱਤਾ ਜੀ ਜਿਹੜੇ ਸਨ ਉਹ ਧੀਰਮਲ ਦੇ ਪਿਤਾ ਜੀ ਸਨ। ਮੈਂ ਦੁਬਾਰੇ ਫਿਰ ਬੇਨਤੀ ਦੁਹਰਾ ਦਿਆਂ ਕਿ ਬਾਬਾ ਗੁਰਦਿੱਤਾ ਜੀ ਧੀਰਮਲ ਦੇ ਪਿਤਾ ਜੀ ਹਨ, ਅਤੇ ਧੀਰਮਲ ਉਹਨਾਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਜਿਵੇਂ ਕਹਿ ਲਓ ਕਿ ਸੰਸਾਰਕ ਰਿਸ਼ਤਿਆਂ ਦੇ ਵਿੱਚ ਵੀ ਛੋਟਾ ਸੀ। ਮਾਤਾ ਜੀ ਕਹਿਣ ਲੱਗੇ, ਧੀਰਮਲ ਗੁਰੂ ਤੇਗ ਬਹਾਦਰ ਜੀ ਤਾਂ ਤੇਰੇ ਚਾਚਾ ਜੀ ਲੱਗਦੇ ਹਨ, ਸੰਸਾਰਕ ਰਿਸ਼ਤਿਆਂ ਦੀ ਥੋੜ੍ਹੀ ਬਹੁਤ ਸ਼ਰਮ ਕਰ ਲਾ। ਲਾਲਚੀਆ, ਇੰਨਾ ਲਾਲਚ ਵੀ ਚੰਗਾ ਨਹੀਂ ਹੁੰਦਾ। ਧੀਰਮਲ ਅਤੇ ਉਹਦੇ ਮਸੰਦ ਬੜਾ ਮਨ ਦੇ ਵਿੱਚ ਸ਼ਰਮ ਮਹਿਸੂਸ ਕਰਨ ਵੀ ਸਾਡਾ ਤਾਂ ਸਾਰਾ ਭੇਤ ਖੁੱਲ੍ਹ ਗਿਆ ਹੈ। ਪਰ ਜਿਹੜਾ ਪਾਪੀ ਹੁੰਦਾ ਹੈ ਨਾ, ਜਿਹਨੇ ਪਾਪ ਕਰਨਾ ਹੁੰਦਾ ਵਾ, ਉਹ ਪਾਪ ਕਮਾਉਣ ਤੋਂ ਕਦੇ ਬਾਜ਼ ਨਹੀਂ ਆਉਂਦਾ। ਉਹਦੇ ਤਾਂ ਮਨ 'ਚ ਇਹੀ ਗੱਲ ਰਹਿੰਦੀ ਹੈ ਕਿ ਮੈਂ ਪਾਪ ਕਮਾਉਣਾ ਆ, ਇਹ ਮੇਰੇ ਵਾਸਤੇ ਚੰਗਾ ਆ। ਪਾਪੀ ਵਾਸਤੇ ਤਾਂ ਇਹੋ ਹੀ ਗੱਲ ਹੈ ਨਾ ਕਿ ਮੈਂ ਜੋ ਕਰਨ ਦਿਆਂ ਉਹ ਬਿਲਕੁਲ ਸਹੀ ਹੈ। ਦੁਨੀਆ ਦੇ ਲੋਕ ਤੁਸੀਂ ਦੇਖੋ, ਤੁਹਾਡੇ ਲਾਗੇ ਕੋਈ ਭੈੜੇ ਕਰਮ ਕਰਦਾ ਹੋਵੇ, ਤੁਸੀਂ ਉਹਨੂੰ ਸਮਝਾਓ ਕਿ ਪੁੱਤਰ ਇਹ ਕੰਮ ਨਾ ਕਰ, ਇਹੋ ਜਿਹਾ ਘਟੀਆ ਹਰਕਤਾਂ ਨਾ ਕਰ। ਹਟਦਾ ਵਾ ਕਿਤੇ? ਕੋਈ ਨਹੀਂ ਹਟਦਾ। ਉਹ ਸਮਝਦਾ ਕਿ ਇਹਦੇ ਵਿੱਚ ਹੀ ਸਾਰਾ ਕੁਝ ਹੈ, ਈਮਾਨ ਵੀ ਇਹਦੇ ਵਿੱਚ ਹੈ, ਮੇਰਾ ਮਾਣ ਸਨਮਾਨ ਵੀ ਇਹਦੇ ਵਿੱਚ ਹੈ, ਮੈਂ ਜੋ ਕਰਨ ਦਿਆਂ ਉਹ ਬਿਲਕੁਲ ਸਹੀ ਹੈ। ਦੁਨੀਆਦਾਰਾਂ ਨੂੰ ਕੀ ਪਤਾ, ਉਹ ਕੀ ਜਾਣਨ ਮੇਰੀਆਂ ਅਵਸਥਾਵਾਂ ਨੂੰ। ਇਹ ਹੈ ਸਭ ਦੀ ਸੋਚ। ਇਸੇ ਪ੍ਰਕਾਰ ਧੀਰਮਲ ਦੀ ਇਹ ਸੋਚ ਬਣ ਗਈ ਸੀ ਕਿ ਹੁਣ ਮੇਰੀ ਹੇਠੀ ਤਾਂ ਹੋ ਚੁੱਕੀ ਹੈ, ਕਿਉਂ ਨਾ ਗੁਰੂ ਘਰ ਦਾ ਸਾਰਾ ਕੀਮਤੀ ਸਮਾਨ ਲੁੱਟ ਲਿਆ ਜਾਵੇ। ਗੁਰੂ ਘਰ ਦਾ ਸਾਰਾ ਹੀ ਕੀਮਤੀ ਸਮਾਨ ਜਿਹੜਾ ਆ, ਮਖਮਲੀ ਜਿਹੜੇ ਇੱਥੇ ਰੁਮਾਲੇ ਪਏ ਹਨ, ਜਿਹੜਾ ਇੱਥੇ ਕੀਮਤੀ ਸਮਾਨ, ਉਹਨੂੰ ਚੱਕਾਂ ਅਤੇ ਆਪਣੇ ਡੇਰੇ ਵਿੱਚ ਲੈ ਜਾਵਾਂ। ਧੀਰਮਲ ਅਤੇ ਉਹਦੇ ਮਸੰਦ ਗੁਰੂ ਘਰ ਦਾ ਸਾਰਾ ਸਮਾਨ ਲੁੱਟ ਕੇ ਲੈ ਗਏ। ਮੱਖਣ ਸ਼ਾਹ ਆਪਣੇ ਡੇਰੇ 'ਤੇ ਬੈਠਾ ਹੋਇਆ ਸੀ। ਇੱਕ ਗੁਰੂ ਦਾ ਸਿੱਖ ਕੋਲੋਂ ਹੀ ਗਿਆ, ਕਹਿਣ ਲੱਗਿਆ ਕਿ ਮੱਖਣ ਸ਼ਾਹ ਜੀ,
ਜਿਸ ਗੁਰੂ ਨੂੰ ਤੁਸੀਂ ਮੂੰਹ 'ਤੇ ਕਾਲਖ ਮਲ ਕੇ ਪ੍ਰਗਟ ਕਰਕੇ ਆਏ ਸੀ, ਉਸ ਗੁਰੂ ਦੇ ਉੱਤੇ ਤਾਂ ਅੱਜ ਇਸ ਧੀਰਮਲ ਨੇ ਗੋਲੀ ਚਲਾ ਦਿੱਤੀ ਹੈ। ਜਿਸ ਗੁਰੂ ਦੇ ਬਾਰੇ ਵਿੱਚ ਤੁਸੀਂ ਸਾਰੀ ਦੁਨੀਆ ਨੂੰ ਦੱਸਿਆ ਕਿ ਮੇਰਾ ਗੁਰੂ ਸੱਚਾ ਹੈ, ਮੇਰਾ ਗੁਰੂ ਜਿਉਂਦਾ ਜਾਗਦਾ ਇੱਕ ਉਸ ਪਰਮਾਤਮਾ ਦੀ ਮੂਰਤ ਹੈ, ਅੱਜ ਉਹਦੇ ਉੱਤੇ ਧੀਰਮਲ ਵਰਗੇ ਪਾਪੀਆਂ ਨੇ ਗੋਲੀ ਚਲਾਈ ਹੈ। ਅਤੇ ਚੇਤੇ ਰੱਖਿਓ ਇੱਕ ਗੱਲ, ਗੁਰੂ ਦਾ ਸਿੱਖ ਆਪਣੇ ਪ੍ਰਾਣ ਤਾਂ ਜ਼ਰੂਰ ਦੇ ਦੇਵੇਗਾ, ਪਰ ਗੁਰੂ ਦੇ ਵੱਲ ਕੋਈ ਮਾੜੀ ਨਿਗਾਹ ਦੇ ਨਾਲ ਵੇਖੇਗਾ ਨਾ, ਤਾਂ ਉਹ ਉਹਦੇ ਤੋਂ ਬਰਦਾਸ਼ਤ ਨਹੀਂ ਹੋਵੇਗੀ। ਤੁਸੀਂ ਦੇਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੋਈ ਅਤੇ ਸਿੱਖ ਸੰਗਤ ਨੇ ਧਰਨੇ ਲਾ ਦਿੱਤੇ ਸਨ। ਬੇਸ਼ੱਕ ਸੰਗਤ ਉੱਤੇ ਗੋਲੀ ਵੀ ਚੱਲੀ, ਪਰ ਗੁਰੂ ਦੀਆਂ ਸੰਗਤਾਂ ਨੇ ਤਖਤੇ ਪਲਟ ਕੇ ਰੱਖ ਦਿੱਤੇ ਉਹਨਾਂ ਰਾਜਸੀਆਂ ਦੇ, ਉਹਨਾਂ ਰਾਜਨੀਤੀ ਕਰਨ ਵਾਲੇ ਨੇਤਾਵਾਂ ਦੇ ਤਖਤੇ ਪਲਟ ਕੇ ਰੱਖ ਦਿੱਤੇ ਗੁਰੂ ਕੇ ਸਿੱਖਾਂ ਨੇ। ਇਹ ਹੈ ਗੁਰੂ ਦੇ ਸਿੱਖ ਦਾ ਆਪਣੇ ਗੁਰੂ ਦੇ ਪ੍ਰਤੀ ਪਿਆਰ। ਇਹਨੂੰ ਕਹਿੰਦੇ ਹਨ ਸੱਚਾ ਪਿਆਰ ਗੁਰੂ ਦੇ ਅਤੇ ਸਿੱਖ ਦਾ। ਜਦੋਂ ਭਾਈ ਮੱਖਣ ਸ਼ਾਹ ਜੀ ਨੂੰ ਇਹ ਗੱਲ ਪਤਾ ਲੱਗੀ ਨਾ, ਤੇ ਨੰਗੇ ਪੈਰੀ ਸਤਿਗੁਰੂ ਜੀ ਦੇ ਵੱਲ ਦੌੜੇ, ਪੁੱਛਿਆ ਕਿ ਮਾਲਕ ਜੀ ਕਿਹਨੇ ਗੋਲੀ ਚਲਾਈ ਹੈ? ਧੀਰਮਲ ਨੇ ਕਿਉਂ ਗੋਲੀ ਚਲਵਾਈ? ਧੀਰਮਲ ਨੇ ਗੋਲੀ ਚਲਵਾਈ ਤੇ ਚਲਵਾਈ ਕਿਹਦੇ ਤੋਂ? ਜਦੋਂ ਸਾਰੀ ਕਾਰਵਾਈ ਪਤਾ ਕੀਤੀ ਨਾ, ਤੇ ਗੁਰੂ ਦਾ ਸਿੱਖ ਜਿਹੜਾ ਨਾਲ ਆਪਣੇ ਕੁਝ ਸਿਪਾਹੀਆਂ ਨੂੰ ਲਿਆ, ਸਿਪਾਹੀ ਜਦੋਂ ਨਾਲ ਲੈ ਤੇ ਧੀਰਮਲ ਦੇ ਡੇਰੇ ਵਿੱਚ ਪਹੁੰਚ ਗਏ ਭਾਈ ਮੱਖਣ ਸ਼ਾਹ ਜੀ। ਜਿਹੜਾ ਉਹਨੇ ਸਮਾਨ ਅਜੇ ਲੁੱਟ ਕੇ ਲਿਆਂਦਾ ਹੀ ਸੀਗਾ, ਜੇ ਸੈੱਟ ਸੁੱਟ ਕਰਨ ਦੇ ਸੀ ਸਮਾਨ ਵੀ ਇੱਧਰ ਉੱਧਰ ਰੱਖੀਏ। ਵੇਖੋ ਜਿਹੜਾ ਬੰਦਾ ਨਾ ਮਾੜੇ ਕਰਮ ਕਰਦਾ ਆ, ਉਹਦੇ ਮਨ 'ਚ ਖੁਸ਼ੀ ਬਹੁਤ ਹੁੰਦੀ ਹੈ ਕਿ ਮੈਂ ਜੀ ਫਤਿਹ ਪਾ ਲਈ ਆ, ਹੁਣ ਮੈਂ ਤੇ ਜੀ ਹੁਣ ਬਸ ਜਿੱਤ ਗਿਆ ਵਾਂ, ਮੈਨੂੰ ਨਹੀਂ ਕੋਈ ਹਰਾ ਸਕਦਾ। ਇਹ ਮਨ 'ਚ ਖੁਸ਼ੀਆਂ ਹੁੰਦੀਆਂ ਨੇ ਉਹਦੇ। ਅਜੇ ਉਹ ਸੋਚਣ ਹੀ ਦਿਆ ਸੀ ਕਿ ਜਿਹੜਾ ਮੈਂ ਗੁਰੂ ਘਰ ਤੋਂ ਮਾਲ ਸਬਾਬ ਲੁੱਟ ਕੇ ਲਿਆਂਦਾ ਹੈ, ਉਹਦਾ ਕੀ ਕਰਾਂ, ਕਿੱਥੇ ਕਿੱਥੇ ਰੱਖਾਂ, ਕਿਵੇਂ ਕਿਵੇਂ ਰੱਖਾਂ। ਅਤੇ ਮੱਖਣ ਸ਼ਾਹ ਜੀ ਨੇ ਨਾ ਧੀਰਮਲ ਦੇ ਵੱਲ ਜਾਂਦਿਆਂ ਹੀ ਸਿੱਧੀ ਗੋਲੀ ਕਰ ਦਿੱਤੀ। ਕਹਿਣ ਲੱਗੇ ਕਿ ਚੇਤੇ ਰੱਖ। ਮੱਖਣ ਸ਼ਾਹ ਕਹਿਣ ਲੱਗੇ, ਧੀਰਮੱਲਾ ਚੇਤੇ ਰੱਖੀ, ਤੂੰ ਅੱਜ ਮੇਰੇ ਗੁਰੂ ਉੱਤੇ ਗੋਲੀ ਚਲਾਈ ਹੈ ਨਾ, ਜਿੰਨਾ ਚਿਰ ਗੁਰੂ ਦਾ ਸਿੱਖ ਅੱਜ ਜਿਉਂਦਾ ਹੈ ਅਤੇ ਉਹ ਆਪਣੇ ਗੁਰੂ ਦੀ ਬੇਅਦਬੀ ਨਹੀਂ ਸਹਿ ਸਕਦਾ, ਉਹ ਆਪਣੇ ਗੁਰੂ ਦੀ ਬੇਅਦਬੀ ਨਹੀਂ ਸਹਿ ਸਕਦਾ। ਮੱਖਣ ਸ਼ਾਹ ਜੀ ਦੇ ਉੱਤੇ ਜਦੋਂ ਧੀਰਮਲ ਨੇ ਹਮਲਾ ਕਰਵਾਇਆ, ਉਹਨੇ ਸੋਚਿਆ ਕਿ ਮੱਖਣ ਸ਼ਾਹ ਜੀ ਦਾ ਵੀ ਮੈਂ ਇੱਥੇ ਹੁਣ ਵੇਖਦਾ ਵਾਂ ਕਿ ਮੇਰੇ ਡੇਰੇ ਵਿੱਚ ਆਇਆ ਅਤੇ ਇਹ ਮੇਰਾ ਕੀ ਕਰ ਲਵੇਗਾ। ਹੁੰਦਾ ਹੀ ਹੈ ਨਾ ਕਿ ਅਸੀਂ ਫਿਰ ਜਦੋਂ ਬੰਦਾ ਗੁੱਸੇ ਦੇ ਵਿੱਚ ਆਇਆ ਹੋਵੇ ਕਿਸੇ ਦੀ ਪਰਵਾਹ ਨਹੀਂ ਕਰਦਾ। ਪਰ ਮੱਖਣ ਸ਼ਾਹ ਜੀ ਅਤੇ ਉਹਨਾਂ ਦੇ ਸਾਥੀਆਂ ਨੇ ਨਾ ਫਟਾਫਟ ਚੁਸਤੀ ਵਰਤਦਿਆਂ ਹੋਇਆਂ, ਜਿਹੜੇ ਭਾਈ ਮੱਖਣ ਸ਼ਾਹ ਜੀ ਸਨ, ਫਟਾਫਟ ਚੁਸਤੀ ਵਰਤਦਿਆਂ ਹੋਇਆਂ ਨਾ ਇਹਨੂੰ ਫੜਿਆ ਧੀਰਮਲ ਨੂੰ, ਅਤੇ ਛੀਏ ਮਸੰਦ ਨੂੰ ਵੀ ਫੜ ਲਿਆ, ਕਿਉਂਕਿ ਉਹ ਆਪਣੇ ਗੁਰੂ ਦੀ ਬੇਅਦਬੀ ਨਹੀਂ ਸਨ ਝੱਲਦੇ ਪਏ। ਇਸ ਕਰਕੇ ਉਹਨਾਂ ਨੇ ਇਹਨਾਂ ਦੋਨਾਂ ਨੂੰ ਫੜਿਆ ਅਤੇ ਅੱਗੇ ਲਾ ਲਿਆ। ਪਰ ਛੀਆਂ ਮਸੰਦ ਅਤੇ ਮੱਖਣ ਸ਼ਾਹ, ਛੀਆਂ ਮਸੰਦ ਨਾ ਭਾਈ ਮੱਖਣ ਸ਼ਾਹ ਜੀ ਦੇ ਅੱਗੇ ਹੱਥ ਜੋੜ ਕੇ ਖੜ ਗਿਆ, ਕਹਿਣ ਲੱਗਿਆ ਮੈਨੂੰ ਬਖਸ਼ ਦਿਓ, ਮੈਂ ਆਪਣੀ ਮਰਜ਼ੀ ਨਾਲ ਨਹੀਂ ਗੋਲੀ ਚਲਾਈ, ਨਾ ਹੀ ਮੈਂ ਕੁਝ ਕੀਤਾ ਆ, ਕੇਵਲ ਅਤੇ ਕੇਵਲ ਇਸ ਬੰਦੇ ਨੇ ਮੈਨੂੰ ਕਿਹਾ ਅਤੇ ਮੈਂ ਮਤਲਬ ਕਿ ਇਹਦੇ ਕਹਿਣ ਉੱਤੇ ਗੋਲੀ ਚਲਾਤੀ। ਉੱਧਰੋਂ ਧੀਰਮਲ ਨੂੰ ਆਪਣੀ ਪੈ ਗਈ ਕਿ ਮੈਂ ਹੁਣ ਇੱਥੇ ਕੀ ਬਹਾਨੇ ਲਾਵਾਂ। ਧੀਰਮਲ ਨੂੰ ਭਾਈ ਮੱਖਣ ਸ਼ਾਹ ਜੀ ਨੇ ਕਿਹਾ ਕਿ ਨੰਗੇ ਪੈਰੀਂ ਚੱਲ ਅੱਗੇ, ਜੁੱਤੀ ਨਹੀਂ ਪਾਉਣੀ ਪੈਰ 'ਚ, ਨੰਗੇ ਪੈਰੀਂ ਚੱਲੋ, ਚੱਲ ਗੁਰੂ ਦਰਬਾਰ ਦੇ ਵੱਲ। ਦੋਨਾਂ ਦੇ ਹੱਥ ਬੰਨ੍ਹ ਲਏ, ਮਗਰਲੇ ਬੰਨੇ ਕਰਕੇ ਹੱਥ ਬੰਨ੍ਹ ਲਏ ਅਤੇ ਨੰਗੇ ਪੈਰੀਂ ਲੈ ਕੇ ਗਏ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਜਦੋਂ ਪੇਸ਼ ਕੀਤਾ ਨਾ ਧੀਰਮਲ ਨੂੰ ਅਤੇ ਛੀਏ ਮਸੰਦ ਨੂੰ, ਅਤੇ ਨਾਲ ਹੀ ਸਾਰਾ ਜਿਹੜਾ ਸਮਾਨ ਲੈ ਕੇ ਗਿਆ ਸੀ। ਧੀਰਮਲ ਦੇਖੋ ਇੰਨਾ ਗਰਕ ਗਿਆ ਸੀ ਕਿ ਇੱਕ ਪਾਵਨ ਸਰੂਪ ਵੀ ਜਿਹੜਾ ਉਹ ਲੈ ਗਿਆ ਸੀ ਨਾਲ, ਉਹ ਹਰ ਵਾਪਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਸਾਰਾ ਹੀ ਸਮਾਨ ਜਿਹੜਾ ਕਿ ਉੱਥੇ ਭੇਟ ਕੀਤਾ ਗਿਆ। ਧੀਰਮਲ ਦੇ ਘਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਿੱਖ ਜਿਹੜਾ ਮੱਖਣ ਸ਼ਾਹ ਜੀ ਪਹੁੰਚਿਆ ਨਾ, ਅਤੇ ਉਹਨਾਂ ਨੇ ਉਸ ਸਮੇਂ ਗੁਰੂ ਘਰ ਦੇ ਵੱਲੋਂ ਜੋ ਇਹਨੇ ਲੁੱਟ ਖੋਹ ਕੀਤੀ ਸੀ, ਸਤਿਗੁਰੂ ਜੀ ਦੇ ਅੱਗੇ ਪੇਸ਼ ਕਰ ਦਿੱਤਾ ਸਾਰਾ ਕੁਛ। ਅਤੇ ਗੁਰੂ ਸਾਹਿਬ ਨੂੰ ਕਹਿਣ ਲੱਗੇ, ਮਾਲਕ ਜੀ ਆਹ ਤੁਹਾਡੇ ਦੋਸ਼ੀ ਜਿਹੜੇ ਹਨ ਇਹ ਵੀ ਹਾਜ਼ਰ ਕੀਤੇ ਹਨ ਤੁਹਾਡੇ ਸਾਹਮਣੇ। ਆ ਕੇ ਮੱਥਾ ਟੇਕਿਆ ਭਾਈ ਮੱਖਣ ਸ਼ਾਹ ਜੀ ਨੇ, ਕਹਿਣ ਲੱਗਾ ਸੱਚੇ ਪਾਤਸ਼ਾਹ ਇੱਦਾਂ ਕਿੱਦਾਂ ਹੋ ਸਕਦਾ ਆ ਕਿ ਤੁਹਾਡੇ ਉੱਤੇ ਕੋਈ ਗੋਲੀ ਚਲਾਵੇ ਤੁਹਾਡੇ ਇਸ ਸਿੱਖ ਦੇ ਹੁੰਦਿਆਂ ਅਤੇ ਸਾਡਾ ਦਿਲ ਨਾ ਦੁਖੇ। ਹੱਥ ਜੋੜ ਕੇ ਖੜ ਗਏ ਮੱਖਣ ਸ਼ਾਹ। ਅਤੇ ਅੱਗਿਓਂ ਸਤਿਗੁਰੂ ਸੱਚੇ ਪਾਤਸ਼ਾਹ ਦਇਆ ਦੇ ਦਾਤੇ ਸਨ, ਬੜੇ ਕਿਰਪਾਲੂ ਸਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਕਹਿਣ ਲੱਗੇ
ਕਿ ਦੇਖ ਮੱਖਣ ਸ਼ਾਹ, ਆ ਜਿਸ ਮਾਇਆ ਦੇ ਕਰਕੇ ਇਹ ਸਾਰਾ ਪੁਆੜਾ ਪਿਆ ਹੈ, ਉਹ ਤੂੰ ਫਿਰ ਇੱਥੇ ਚੱਕ ਲਿਆਂਦੀ ਹੈ। ਇਹ ਮਾਇਆ ਜਿਹੜੀ ਹੈ ਇਹ ਇਹਨੂੰ ਹੀ ਦੇ ਦੇ, ਆਪਾਂ ਨੂੰ ਨਹੀਂ ਚਾਹੀਦੀ। ਗੁਰੂ ਸਾਹਿਬ ਹੱਸ ਕੇ ਕਹਿਣ ਲੱਗੇ ਜਿਹੜਾ ਧਨ ਪਦਾਰਥ ਇਹਦਾ ਦਿਲ ਆਇਆ ਹੋਇਆ ਹੈ, ਇਹਦੇ ਹਵਾਲੇ ਕਰ ਦੇ। ਆਪਾਂ ਕੀ ਲੈਣਾ ਇਸ ਪਦਾਰਥਾਂ ਤੋਂ, ਝੂਠਿਆਂ ਤੋਂ? ਫੜਾ ਦੇ ਇਹਨੂੰ, ਸਾਨੂੰ ਨਹੀਂ ਚਾਹੀਦਾ ਕੁਝ ਵੀ। ਜਿੰਨੇ ਆ ਮਹਿੰਗੇ ਬਸਤਰ ਹਨ ਇਹ ਵੀ ਦੇ ਦੇ ਇਹਨੂੰ, ਆਪਾਂ ਕੀ ਲੈਣਾ ਹੈ, ਸਾਨੂੰ ਕੋਈ ਜ਼ਰੂਰਤ ਨਹੀਂ। ਪਰਮਾਤਮਾ ਮਿਹਰ ਕਰੇ, ਸਾਨੂੰ ਆਪਣਾ ਨਾਮਦਾਨ ਬਖਸ਼ੇ। ਜਿਹੜੀ ਦੌਲਤ ਹੈ ਇਹ ਦੁਨਿਆਵੀ ਦੌਲਤ ਹੈ, ਸਾਨੂੰ ਇਹਦੇ ਨਾਲ ਕੋਈ ਫਾਇਦਾ ਨਹੀਂ ਹੋਵੇਗਾ। ਇਸੇ ਦੌਲਤ ਕਰਕੇ ਤਾਂ ਇਹਨੇ ਗੋਲੀ ਚਲਾਈ। ਅਤੇ ਸਤਿਗੁਰੂ ਦੇ ਸੱਚੇ ਪਾਤਸ਼ਾਹ ਜੀ ਦੇ ਬਚਨ ਮੰਨਦਿਆਂ ਹੋਇਆ ਭਾਈ ਮੱਖਣ ਸ਼ਾਹ ਜੀ ਨੇ ਨਾ ਸਾਰਾ ਕੁਝ ਜਿਹੜਾ ਲੁੱਟਿਆ ਹੋਇਆ ਮਾਲ ਅਸਬਾਬ ਸੀ ਉਹਨੂੰ ਵਾਪਸ ਕਰ ਦਿੱਤਾ। ਕਹਿਣ ਲੱਗੇ, ਚੱਕੋ, ਸ਼ੁਕਰ ਕਰੋ ਮੇਰੇ ਗੁਰੂ ਦਾ, ਸ਼ੁਕਰ ਕਰੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਦੇ ਉੱਤੇ ਤੁਸੀਂ ਤਾਂ ਗੋਲੀ ਚਲਵਾਈ। ਜਿਸ ਗੁਰੂ ਦੇ ਉੱਤੇ ਤੁਸੀਂ ਗੋਲੀ ਚਲਵਾਈ, ਪਰ ਉਹ ਗੁਰੂ ਸਾਹਮਣੇ ਫਿਰ ਵੀ ਤਾਕਤਵਰ ਹੋਣ ਦੇ ਨਾਤੇ ਤੁਹਾਨੂੰ ਬਖਸ਼ਦੇ ਪਏ ਹਨ, ਤੁਹਾਨੂੰ ਖਿਮਾ ਦੀ ਜਾਚਨਾ ਕਰਦੇ ਪਏ ਹਨ, ਤੁਹਾਨੂੰ ਉਹਨਾਂ ਨੇ ਜੀਵਨ ਦਾਨ ਦੇ ਦਿੱਤਾ ਹੈ। ਸ਼ੁਕਰ ਕਰੋ ਪਰਮਾਤਮਾ ਦਾ। ਭਾਈ ਮੱਖਣ ਸ਼ਾਹ ਜੀ ਹੱਥ ਜੋੜ ਕੇ ਖੜ੍ਹੇ ਹਨ, ਨਾਲੇ ਨੈਣਾਂ 'ਚੋਂ ਨੀਰ ਵਗ ਰਿਹਾ ਹੈ। ਸੱਚੇ ਪਾਤਸ਼ਾਹ, ਮੈਨੂੰ ਤੁਸੀਂ ਇੰਨੀ ਤਾਕਤ ਦਿੱਤੀ ਹੋਈ ਹੈ, ਆਪਣੇ ਸਿੱਖ ਨੂੰ ਤੁਸੀਂ ਇੰਨੀ ਤਾਕਤ ਦਿੱਤੀ ਕਿ ਮੇਰੇ ਹੁੰਦਿਆਂ ਕੋਈ ਗੁਰੂ ਘਰ ਦਾ ਕਪਟੀ, ਗੁਰੂ ਘਰ ਦਾ ਵਿਰੋਧੀ ਦਹਿਲੀਜ਼ ਟੱਪ ਜਾਵੇ, ਇਹ ਕਿੱਦਾਂ ਹੋ ਸਕਦਾ ਹੈ? ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾ, ਦੇਖੋ ਜਦੋਂ ਗੁਰੂ ਆਪਣੇ ਸਿੱਖ 'ਤੇ ਬਖਸ਼ਿਸ਼ ਕਰਦਾ ਆ ਨਾ, ਫਿਰ ਉਹ ਇੰਨੀਆਂ ਰਹਿਮਤਾਂ ਕਰ ਦਿੰਦਾ ਆ ਨਾ, ਇੰਨੀਆਂ ਉਹ ਰਹਿਮਤਾਂ ਕਰਦੇ ਹਨ ਕਿ ਪੁੱਛੋ ਕੁਝ ਨਾ। ਗੁਰੂ ਦਾ ਸਿੱਖ ਜਿਹੜਾ ਹੈ ਉਹ ਬਖਸ਼ਿਸ਼ਾਂ ਲੈਂਦਾ ਥੱਕ ਜਾਂਦਾ ਹੈ। ਗੁਰੂ ਦਾ ਸਿੱਖ ਜਿਹੜਾ ਹੈ ਨਾ ਉਹ ਬਖਸ਼ਿਸ਼ਾਂ ਲੈਂਦਾ ਥੱਕ ਜਾਂਦਾ ਹੈ। ਪਰ ਮਾਲਕ ਸੱਚੇ ਪਾਤਸ਼ਾਹ ਕਿਸੇ ਤੋਂ ਇਸ ਤਰ੍ਹਾਂ ਨਹੀਂ ਹੈ ਕਿ ਜੇ ਕਿਸੇ ਦੇ ਉੱਤੇ ਬਖਸ਼ਿਸ਼ ਕਰਦੇ ਹਨ ਅਤੇ ਉਹ ਆਪਣਾ ਹੱਥ ਘੁੱਟਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਬਖਸ਼ਿਸ਼ ਕੀਤੀ ਨਾ ਅਤੇ ਸੀਨੇ ਦੇ ਨਾਲ ਲਾਇਆ ਭਾਈ ਮੱਖਣ ਸ਼ਾਹ ਜੀ ਨੂੰ, ਕਹਿਣ ਲੱਗੇ ਕਿ ਪੁੱਤਰਾ, ਮੈਂ ਤੇਰੇ ਅੰਦਰ ਦੀ ਭਾਵਨਾ ਨੂੰ ਸਮਝਦਾ ਪਿਆ ਹਾਂ। ਤੇਰਾ ਜਿਹੜਾ ਅੰਦਰੋਂ ਮਨ ਹੈ ਮੈਂ ਉਹਨੂੰ ਬਿਲਕੁਲ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੇਰੇ ਵਰਗੇ ਸੱਚੇ ਸਿੱਖ ਦੇ ਮਨ ਵਿੱਚ ਇਹੋ ਹੀ ਖਿਆਲ ਹੈ ਕਿ ਮੇਰਾ ਗੁਰੂ ਜਿਹੜਾ ਹੈ ਉਹ ਸਮਰੱਥ ਹੈ, ਮੇਰਾ ਗੁਰੂ ਜਿਹੜਾ ਹੈ ਉਹ ਡਾਢਾ ਹੈ, ਉਹਦੇ ਸਾਹਮਣੇ, ਮੇਰੇ ਸਾਹਮਣੇ ਕੋਈ ਮੇਰੇ ਗੁਰੂ ਦੀ ਕਿੱਦਾਂ ਬੇਅਦਬੀ ਕਰ ਜਾਵੇਗਾ। ਪਰ ਚੇਤੇ ਰੱਖੀ, ਗੁਰੂ ਨਾਨਕ ਦਾ ਘਰ ਖਿਮਾ ਕਰਨੀ ਵੀ ਸਿਖਾਉਂਦਾ ਹੈ। ਜਿੱਥੇ ਮਜ਼ਲੂਮਾਂ ਦੀ ਰੱਖਿਆ ਕਰਨੀ ਸਿਖਾਉਂਦਾ ਹੈ ਨਾ ਗੁਰੂ ਨਾਨਕ ਦਾ ਘਰ, ਅਤੇ ਉੱਥੇ ਚੇਤੇ ਰੱਖਿਓ ਗੁਰੂ ਨਾਨਕ ਸਾਹਿਬ ਜੀ ਦਾ ਘਰ ਮੱਖਣ ਸ਼ਾਹ ਜੀ ਖਿਮਾ ਕਰਨੀ ਵੀ ਸਿਖਾਉਂਦਾ ਹੈ। ਤੁਹਾਡਾ ਗੁੱਸਾ ਜਾਇਜ਼ ਹੈ, ਤੁਹਾਡੇ ਡੋਲੇ ਫਰਕਦੇ ਹਨ, ਇਹ ਜਾਇਜ਼ ਹੈ, ਪਰ ਚੇਤੇ ਰੱਖਿਓ ਇਸ ਗੱਲ ਨੂੰ, ਕਦੇ ਕਿਸੇ ਦੇ ਉੱਤੇ ਇਸ ਤਰ੍ਹਾਂ ਦਾ ਵਾਰ ਨਾ ਕਰ ਦਿਓ ਕਿ ਅਗਲਾ ਨਿਰਾਸ਼ ਹੋ ਜਾਵੇ ਤੁਹਾਡੇ ਤੋਂ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਮੱਖਣ ਸ਼ਾਹ ਜੀ ਨੂੰ ਆਪਣੇ ਸੀਨੇ ਦੇ ਨਾਲ ਲਾ ਕੇ ਉਹਨਾਂ ਨੂੰ ਦੁਆਵਾਂ ਦਿੱਤੀਆਂ ਅਤੇ ਕਿਹਾ ਕਿ ਇੱਕ ਗੱਲ ਚੇਤੇ ਰੱਖ ਲਵੋ, ਜੇ ਤੁਸੀਂ ਗੁਰੂ ਦੀ ਗੱਲ ਮੰਨਦੇ ਹੋ ਅਤੇ ਗੁਰੂ ਤੁਹਾਡੇ ਨਾਲ ਹਮੇਸ਼ਾ ਅੰਗ ਸੰਗ ਰਹੇਗਾ। ਸਤਿਗੁਰੂ ਸੱਚੇ ਪਾਤਸ਼ਾਹ ਹਮੇਸ਼ਾ ਹੀ ਅੰਗ ਸੰਗ ਰਹਿਣਗੇ। ਉਸ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਨੇ ਅਗਲਾ ਦੌਰ ਸ਼ੁਰੂ ਕੀਤਾ। ਸੱਚੀ ਸਰਕਾਰ ਕੁਝ ਸਮੇਂ ਵਾਸਤੇ ਮਾਲਕ ਜੀ ਬਕਾਲੇ ਦੀ ਧਰਤੀ ਤੋਂ ਸਠਿਆਲੇ ਵਾਲੀ ਸਾਈਡ ਨੂੰ ਵੀ ਗਏ, ਫਿਰ ਕਾਲੇ ਕੇ ਵੀ ਗਏ। ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜਨਮ ਭੂਮੀ 'ਤੇ ਵੀ ਪਹੁੰਚੇ ਸਨ, ਜਿੱਥੇ ਉਹਨਾਂ ਦੀ ਜਨਮ ਭੂਮੀ ਸੀ ਉੱਧਰ ਨੂੰ ਵੀ ਗਏ ਸਨ ਮਾਲਕ ਸੱਚੇ ਪਾਤਸ਼ਾਹ। ਇਸ ਤਰ੍ਹਾਂ ਸਤਿਗੁਰੂ ਜੀ ਦਾ ਜਿਹੜਾ ਇਹ ਜੀਵਨ ਹੈ, ਮਾਲਕ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ ਇਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਆਰੰਭਤਾ ਦੇ ਵਿੱਚ ਬੇਨਤੀ ਕੀਤੀ ਸੀ ਨਾ ਕਿ ਗੁਰਪੂਰ ਹੈ ਮੇਰੀ ਰਾਖ ਲਈ, ਪੂਰਾ ਗੁਰੂ ਸਮਰੱਥ ਹੈ, ਰੱਖਣ ਯੋਗ ਹੈ, ਜੇ ਤੁਸੀਂ ਉਹਦੇ ਬਣ ਕੇ ਰਹੋਗੇ, ਜੇ ਤੁਸੀਂ ਭਟਕੋਗੇ ਨਹੀਂ। ਜੇ ਤੁਸੀਂ ਗੁਰੂ ਦੇ ਵੱਲ ਚੱਲਦੇ ਪਏ ਹੋ ਤਾਂ ਚੇਤੇ ਰੱਖਿਓ ਗੁਰੂ ਵੀ ਤੁਹਾਡੇ ਵੱਲ ਆ ਰਹੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਮਾਲਕ ਜੀ ਹਮੇਸ਼ਾ ਹੀ ਆਪਣੀਆਂ ਮਿਹਰਾਂ ਦਾ ਖਜ਼ਾਨਾ ਖੋਲ੍ਹ ਕੇ ਰੱਖਦੇ ਹਨ, ਪਰ ਸਾਨੂੰ ਇਹ ਅਕਲ ਹੋਣੀ ਚਾਹੀਦੀ ਹੈ, ਸਾਨੂੰ ਇਹ ਤਮੀਜ਼ ਹੋਣੀ ਚਾਹੀਦੀ ਹੈ ਕਿ ਅਸੀਂ ਗੁਰੂ ਦੇ ਕੋਲੋਂ ਉਹ ਕਿਰਪਾ ਕਿਸ ਤਰ੍ਹਾਂ ਲੈਣੀ ਹੈ, ਬਖਸ਼ਿਸ਼ਾਂ ਕਿੱਦਾਂ ਲੈਣੀਆਂ ਹਨ। ਸੋ ਪ੍ਰਮਾਤਮਾ ਮਿਹਰ ਕਰਨ, ਦਇਆ ਕਰਨ। ਜਿੱਦਾਂ ਗੁਰੂ ਸਾਹਿਬ ਨੇ ਆਪਣੇ ਵਿਰੋਧੀਆਂ ਨੂੰ ਬਖਸ਼ਿਆ, ਸਾਨੂੰ ਵੀ ਬਖਸ਼ ਲੈਣ, ਸਾਡਾ ਵੀ ਪਾਰ ਉਤਾਰਾ ਹੋ ਜਾਵੇਗਾ ਜੇ ਮਾਲਕ ਜੀ ਕਿਰਪਾ ਕਰ ਦੇਣਗੇ ਤਾਂ। ਜੇ ਸਤਿਗੁਰੂ ਸੱਚੇ ਪਾਤਸ਼ਾਹ ਦਇਆ ਕਰਨਗੇ ਅਤੇ ਅਸੀਂ ਵੀ ਸਤਿਗੁਰੂ ਜੀ ਦੀਆਂ ਰਹਿਮਤਾਂ, ਕਿਰਪਾ ਦੇ ਪਾਤਰ ਬਣ ਸਕਾਂਗੇ। ਸੋ ਸੰਗਤ ਅਤੇ ਗੁਰੂ ਸਾਹਿਬ ਬਖਸ਼ਣਯੋਗ ਹਨ। ਸੋ ਜਿੰਨੀ ਕੁ ਸੇਵਾ ਨਿਭਾ ਸਕਿਆ ਹਾਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ, ਸੇਵਾ ਨਿਭਾਉਂਦੇ ਹੋਏ, ਸੰਗਤ ਦੇ ਜੋੜੇ ਝਾੜਦਿਆਂ ਹੋਇਆਂ,
ਗੁਰੂ ਘਰ ਦੀਆਂ ਵਿਚਾਰਾਂ ਕਰਦਿਆਂ ਹੋਇਆਂ ਗੁਰੂ ਸਾਹਿਬ ਜੀ ਦੇ ਪਾਵਨ ਜੀਵਨ ਨੂੰ ਸੰਬੋਧਨ ਕਰਦੇ ਹੋਏ, ਵਿਚਾਰ ਕਰਦੇ ਹੋਏ ਬੇਅੰਤ ਗਲਤੀਆਂ ਭੁੱਲਾਂ ਹੋ ਜਾਂਦੀਆਂ ਹਨ। ਮਾਲਕ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਖਿਮਾ ਜਾਚਨਾ ਬਖਸ਼ਣ, ਗੁਰੂ ਕੀ ਸੰਗਤ ਇਹ ਵੀ ਖਿਮਾ ਜਾਚਨਾ ਬਖਸ਼ੇ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।